ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਅਨਿਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ ਰਚੰਤ ਮੂੜ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦੇ ਅੰਦਰੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਜੈਤ ਸਰੀ ਕੀ ਵਾਰ ਅੰਦਰੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ 707 ਅੰਕ ਤੋਂ ਇਹ ਪਾਵਨ ਸ਼ਲੋਕ ਆਪ ਜੀ ਨੇ ਅੱਜ ਵਿਚਾਰ ਅਧੀਨ ਸਰਵਣ ਕੀਤਾ ਹੈ। ਆਓ ਸਾਧ ਸੰਗਤ ਇਹਨਾਂ ਪਾਵਨ ਬਚਨਾਂ ਨੂੰ ਸਤਿਗੁਰ ਦੀ ਕਿਰਪਾ ਨਾਲ ਆਪਾਂ ਰਲ ਮਿਲ ਕੇ ਸਾਂਝੇ ਕਰਨ ਦਾ ਯਤਨ ਕਰਨਾ ਹੈ। ਇਸ ਪਾਵਨ ਅੰਮ੍ਰਿਤ ਬਚਨ ਦੇ ਅੰਦਰ ਸਤਿਗੁਰਾਂ ਨੇ ਜੋ ਅੰਮ੍ਰਿਤ ਉਪਦੇਸ਼ ਕੀਤਾ ਹੈ, ਇਹਨੂੰ ਵਿਚਾਰਨ ਤੋਂ ਪਹਿਲਾਂ ਆਪ ਜਿਤਨੇ ਤਨ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਦੇਹੋ ਅਸੀਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਅੰਦਰ ਇਹ ਜਿੰਨੇ ਵੀ ਪਦਾਰਥ ਨੇ, ਭਾਵੇਂ ਮਨੁੱਖ ਅਨੇਕਾਂ ਤਰ੍ਹਾਂ ਦੇ ਸੰਸਾਰ ਦੇ ਚੋਜ ਤਮਾਸ਼ਿਆਂ ਦੇ ਨਾਲ ਜਿਹੜੇ ਪ੍ਰਮਾਤਮਾ ਵੱਲੋਂ ਇਹਨੂੰ ਬਖਸ਼ਿਸ਼ ਹੋਏ ਨੇ, ਭਾਵੇਂ ਇਹ ਸੰਸਾਰ ਦੇ ਸਾਰੇ ਰਾਜ ਭਾਗ ਭੋਗਦਾ ਹੈ, ਇਹਦੇ ਕੋਲ ਦੁਨੀਆ ਦੇ ਸਾਰੇ ਰਸ ਪਦਾਰਥ ਹੋਣ, ਪਰ ਸਤਿਗੁਰ ਕਹਿੰਦੇ ਨੇ ਇਹਨਾਂ ਦੇ ਵਿੱਚ ਜਿਹੜਾ ਮਨੁੱਖ ਖੁਆਰ ਹੋ ਜਾਂਦਾ ਹੈ, ਇਹਨਾਂ ਦੇ ਵਿੱਚ ਜਿਹੜਾ ਮਨੁੱਖ ਪਚ ਜਾਂਦਾ ਹੈ, ਭਾਵ ਜਿਸ ਮਨੁੱਖ ਨੂੰ ਇਹਨਾਂ ਦੇ ਵਿੱਚੋਂ ਕੁਝ ਹੋਰ ਨਜ਼ਰ ਨਹੀਂ ਆਉਂਦਾ, ਜਿੰਦੇ ਜੀਵਨ ਦੇ ਅੰਦਰ ਸਿਰਫ ਇਹ ਚੀਜ਼ਾਂ ਹੀ ਮਾਇਨੇ ਰੱਖਦੀਆਂ ਨੇ, ਸਤਿਗੁਰ ਕਹਿੰਦੇ ਨੇ ਉਹ ਮਨੁੱਖ ਦੀ ਹਾਲਤ ਉਸ ਮਨੁੱਖ ਵਰਗੀ ਹੈ ਜਿਹੜਾ ਸੁਪਨੇ ਦੇ ਅੰਦਰ ਅਨੇਕਾਂ ਚੀਜ਼ਾਂ ਨੂੰ ਵੇਖਦਾ ਤੇ ਹੈ, ਪਰ ਸੁਪਨੇ ਦੇ ਅੰਦਰ ਵੇਖੀਆਂ ਚੀਜ਼ਾਂ ਕਦੀ ਸੱਚ ਨਹੀਂ ਹੁੰਦੀਆਂ। ਜਿਵੇਂ ਹੀ ਅੱਖ ਖੁੱਲ੍ਹਦੀ ਹੈ, ਉਸ ਇਨਸਾਨ ਨੂੰ ਪਤਾ ਲੱਗਦਾ ਵੀ ਅੱਖ ਖੁੱਲ੍ਹਣ 'ਤੇ ਵੀ ਮੈਂ ਜੋ ਕੁਝ ਸੁਪਨੇ ਵਿੱਚ ਵੇਖਿਆ ਉਹ ਸਭ ਮੇਰਾ ਭਰਮ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਇਸ ਸੰਸਾਰ ਦੇ ਸਾਰੇ ਸੁੱਖ, ਸਾਰੀਆਂ ਸੰਸਾਰ ਦੀਆਂ ਸੁਵਿਧਾਵਾਂ, ਸਾਰੇ ਰਸ ਰਾਜ ਭਾਗ ਜੋ ਕੁਝ ਵੀ ਹੈ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਸੁਪਨੇ ਦੀ ਨਿਆਈ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਅਨਿਕ ਲੀਲਾ, ਲੀਲਾ ਦਾ ਭਾਵ ਹੈ ਅਨੇਕਾਂ ਤਰ੍ਹਾਂ ਦੇ ਚੋਜ ਤਮਾਸ਼ੇ ਜਿਹੜੇ ਬੰਦੇ ਦੇ ਕੋਲੋਂ ਸੰਸਾਰ ਦੀਆਂ ਨਿਆਮਤਾਂ ਹੁੰਦੀਆਂ ਨੇ। ਜਿਸ ਇਨਸਾਨ ਕੋਲੋਂ ਸੰਸਾਰ ਦੀ ਕੋਈ ਪਾਵਰ ਹੁੰਦੀ, ਤਾਕਤ ਹੁੰਦੀ, ਉਹਦੇ ਕੋਲ ਸਾਰੇ ਰਸ ਕਸ ਤਮਾਸ਼ੇ ਹੁੰਦੇ ਨੇ। ਉਹ ਦੁਨੀਆ ਦੇ ਅੰਦਰ ਜੋ ਮਰਜ਼ੀ ਕਰ ਲੇ, ਉਹਦਾ ਹੁਕਮ ਹੀ ਸਰਵ ਸ੍ਰੇਸ਼ਟ ਹੁੰਦਾ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਸ ਬੰਦੇ ਕੋਲੋਂ ਸੰਸਾਰ ਦੇ ਸਾਰੇ ਚੋਜ ਤਮਾਸ਼ੇ ਹੋਣ, ਭਾਵ ਉਹ ਜੋ ਹੁਕਮ ਕਰੇ ਉਹਦਾ ਹੁਕਮ ਉਸੇ ਵਕਤ ਮੰਨਿਆ ਜਾਏ। ਅਨਿਕ ਲੀਲਾ ਰਾਜ ਰਸ ਰੂਪੰ, ਉਹਦੇ ਕੋਲ ਦੁਨੀਆ ਦਾ ਰਾਜ ਭਾਗ ਹੋਵੇ, ਸੰਸਾਰ ਦੇ ਸਾਰੇ ਰਸ ਉਹ ਭੋਗਦਾ ਹੋਵੇ, ਉਹਦੇ ਕੋਲੋਂ ਸੁਹੱਪਣ ਰੂਪ ਵੀ ਬੜਾ ਸੋਹਣਾ ਹੋਵੇ। ਛਤਰ ਚਮਰ ਤਖਤ ਆਸਨੰ, ਉਹ ਬੜੇ ਸੋਹਣੇ ਆਸਨ 'ਤੇ ਬਹਿੰਦਾ ਹੋਵੇ ਤੇ ਉਹਦੇ ਆਸਨ 'ਤੇ ਬੈਠੇ ਦੇ ਉੱਪਰ ਉਹਦੇ ਉੱਪਰ ਚਵਰ ਕਰਨ ਵਾਲਾ ਚੌਰ ਬਰਦਾਰ ਵੀ ਹਰ ਵਕਤ ਹੋਵੇ। ਪਰ ਸਤਿਗੁਰ ਕਹਿੰਦੇ ਨੇ ਰਚੰਤ ਮੂੜ ਅਗਿਆਨ ਅੰਧੈ, ਜੀ ਉਹ ਅਗਿਆਨੀ ਮਨੁੱਖ ਸਿਰਫ ਇਹਨਾਂ ਚੀਜ਼ਾਂ ਦੇ ਵਿੱਚ ਖੁਆਰ ਹੈ, ਪਚ ਗਿਆ ਹੈ। ਤੇ ਸਤਿਗੁਰ ਕਹਿੰਦੇ ਨੇ ਇਹ ਚੀਜ਼ਾਂ ਇੰਜ ਨੇ ਸੁਪਨ ਮਨੋਰਥ ਮਾਇਆ, ਜਿਵੇਂ ਸੁਪਨੇ ਦਾ ਮਨੋਰਥ ਹੁੰਦਾ ਹੈ। ਸੁਪਨੇ ਦੇ ਵਿੱਚ ਬੰਦਾ
ਭਾਵੇਂ ਕਿਸੇ ਦੇਸ਼ ਦਾ ਰਾਜਾ ਬਣ ਜਾਏ, ਭਾਵੇਂ ਸੁਪਨੇ ਦੇ ਵਿੱਚ ਰਾਜਾ ਭਿਖਾਰੀ ਬਣ ਜਾਏ, ਭਾਵੇਂ ਸੁਪਨੇ ਦੇ ਵਿੱਚ ਬੰਦਾ ਸੰਸਾਰ ਦੇ ਅੰਦਰ ਦੀ ਸਾਰੀ ਨਿਆਮਤ ਬਣਾ ਕੇ ਆਪਣੇ ਕੋਲ ਰੱਖ ਲੇ, ਉਹਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ, ਸੁਪਨੇ ਦੇ ਅੰਦਰ ਮਹਿਲ ਮਾੜੀਆਂ ਦਾ ਮਾਲਕ ਬਣ ਜਾਏ, ਸੁਪਨੇ ਦੇ ਅੰਦਰ ਉਹਦੇ ਕੋਲ ਸੰਸਾਰ ਦੇ ਸਾਰੇ ਸਾਧਨ ਮਨ ਭਾਉਂਦੀ ਮਾਇਆ ਆ ਜਾਏ, ਪਰ ਜਿਵੇਂ ਉਹਦੀ ਅੱਖ ਖੁੱਲ੍ਹਦੀ ਹੈ, ਸੁਪਨੇ ਵਿੱਚ ਕੀਤਾ ਹੋਇਆ ਮਨੋਰਥ ਸਿੱਧ, ਅੱਖ ਖੁੱਲ੍ਹਣ ਤੋਂ ਬਾਅਦ ਉਹ ਮਨੋਰਥ ਟੁੱਟ ਜਾਂਦਾ ਹੈ, ਉਹ ਭੁਲੇਖਾ ਟੁੱਟ ਜਾਂਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਸ ਬੰਦੇ ਕੋਲੇ ਸਭ ਕੁਝ ਹੈ, ਪਰ ਜੋ ਇਨਸਾਨ ਇਹਨਾਂ ਚੀਜ਼ਾਂ ਦੇ ਅੰਦਰ ਖੁਆਰ ਹੋ ਰਿਹਾ, ਇਹਨਾਂ ਚੀਜ਼ਾਂ ਦੇ ਅੰਦਰ ਪਚ ਗਿਆ ਹੈ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਸ ਬੰਦੇ ਦੇ ਲਈ ਇਹ ਸਾਰੀਆਂ ਚੀਜ਼ਾਂ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੱਕ ਸੁਪਨੇ ਦੀ ਨਿਆਈ ਨੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਧ ਸੰਗਤ ਜੀ ਥਿਰ ਨਹੀਂ। ਵੇਖੋ, ਹੋ ਸਕਦਾ ਮਹਿਲ ਮਾੜੀਆਂ ਤੇ ਫਿਰ ਵੀ ਸਦ ਰਹਿਣ, ਬੰਦਾ ਇਸ ਸੰਸਾਰ ਦੇ ਅੰਦਰ ਥਿਰ ਨਹੀਂ ਹੈ। ਬੜੀ ਪਿਆਰੀ ਗੱਲ ਕਿਸੇ ਸੱਜਣ ਵਿਦਵਾਨ ਨੇ ਕਹੀ ਹੈ, ਕੋਈ ਫਕੀਰ ਕਿਸੇ ਨਗਰ ਦੇ ਅੰਦਰੋਂ ਖੈਰ ਮੰਗਦਿਆਂ ਕਿਸੇ ਰਾਜੇ ਦੇ ਦਰਬਾਰ ਵਿੱਚ ਚਲਾ ਗਿਆ। ਜਿਹੜਾ ਰਾਜੇ ਦੇ ਦਰਬਾਰ ਦੇ ਬਾਹਰ ਅਹਿਲਕਾਰ ਖੜਾ ਸੀ, ਉਹ ਉਸ ਅਹਿਲਕਾਰ ਨੂੰ ਕਹਿੰਦਾ ਹੈ ਕਿ ਮੈਂ ਇਸ ਮੁਸਾਫਰਖਾਨੇ ਦੇ ਅੰਦਰ ਰਾਤ ਕੱਟਣੀ ਹੈ, ਕਿਰਪਾ ਕਰਕੇ ਮੈਨੂੰ ਇਸ ਮੁਸਾਫਰਖਾਨੇ ਦੇ ਅੰਦਰ ਰਾਤ ਰਹਿਣ ਦੀ ਇਜਾਜ਼ਤ ਦਿੱਤੀ ਜਾਏ। ਹੁਣ ਉਹ ਜਿਹੜਾ ਅਹਿਲਕਾਰ ਸੈਨਿਕ ਨੌਕਰ ਅੱਗੇ ਖੜਾ, ਉਹ ਕਹਿੰਦਾ ਭਲਿਆ ਇਹ ਕੋਈ ਆਰਾਮਗਾਹ ਨਹੀਂ ਹੈ, ਇਹ ਕੋਈ ਧਰਮਸ਼ਾਲਾ ਨਹੀਂ, ਇਹ ਰਾਜੇ ਦਾ ਮਹਿਲ ਹੈ, ਇੱਥੇ ਰਾਜਾ ਆਪ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਇਸ ਨਗਰ ਤੋਂ ਅੰਦਰ ਰਾਜੇ ਨੇ ਧਰਮਸ਼ਾਲ ਵੀ ਬਣਾਈ ਹੈ, ਜੇ ਤੂੰ ਰਾਤ ਰੁਕਣਾ ਹੈ ਤੇ ਉਸ ਧਰਮਸ਼ਾਲ ਦੇ ਅੰਦਰ ਚਲਾ ਜਾ। ਅੱਗੋਂ ਉਹ ਫਕੀਰ ਫਿਰ ਕਹਿੰਦਾ ਨਹੀਂ, ਮੈਂ ਇਸੇ ਧਰਮਸ਼ਾਲ ਦੇ ਅੰਦਰ ਰਾਤ ਰੁਕਣਾ ਹੈ, ਕਿਉਂਕਿ ਇਹੀ ਧਰਮਸ਼ਾਲ ਹੈ। ਉਹ ਬੰਦਾ ਫਿਰ ਸਮਝਾਉਂਦਾ, ਕਹਿੰਦੇ ਧਰਮਸ਼ਾਲ ਨਹੀਂ, ਇਹ ਰਾਜੇ ਦਾ ਮਹਿਲ ਹੈ। ਵਾਰ-ਵਾਰ ਉਹ ਉਸ ਰਾਜੇ ਦੇ ਮਹਿਲ ਨੂੰ ਧਰਮਸ਼ਾਲ ਆਖਦਾ ਹੈ ਤੇ ਉਹ ਸੈਨਿਕ ਅਹਿਲਕਾਰ ਉਹਨੂੰ ਰਾਜੇ ਦਾ ਮਹਿਲ ਆਖਦਾ ਹੈ। ਇਸ ਕਸ਼ਮਕਸ਼ ਦੇ ਅੰਦਰ, ਇਸ ਰੋਲੇ ਰੱਪੇ ਦੀ ਆਵਾਜ਼ ਰਾਜਾ ਲੰਘ ਰਿਹਾ ਸੀ ਤੇ ਰਾਜੇ ਦੇ ਕੰਨਾਂ ਵਿੱਚ ਪੈ ਗਈ। ਰਾਜੇ ਨੇ ਆਪਣੇ ਅਹਿਲਕਾਰ ਨੂੰ ਬੁਲਾ ਕੇ ਪੁੱਛਿਆ ਵੀ ਕੀ ਗੱਲ ਹੈ, ਇੰਨਾ ਰੋਲਾ ਕਿਸ ਗੱਲ ਦਾ ਹੈ, ਕਿਹੜੀ ਗੱਲ ਦੀ ਵਿਚਾਰ ਚਰਚਾ ਹੋ ਰਹੀ ਹੈ। ਉਸ ਸੈਨਿਕ ਨੇ ਬਚਨ ਕੇ ਕਹਿਣ ਲੱਗੇ, ਰਾਜਨ, ਇਹ ਫਕੀਰ ਕਿੰਨੀ ਦੇਰ ਦਾ ਇਸ ਥਾਂ ਤੇ ਆ ਕੇ ਮੇਰੇ ਨਾਲ ਬਹਿਸ ਕਰ ਰਿਹਾ ਹੈ। ਇਹ ਕਹਿੰਦਾ ਮੈਂ ਇਸ ਮੁਸਾਫਰਖਾਨੇ ਦੇ ਵਿੱਚ ਰੁਕਣਾ ਹੈ, ਉਹ ਇਹਨੂੰ ਧਰਮਸ਼ਾਲ ਕਹੀ ਜਾ ਰਿਹਾ ਹੈ, ਤੇ ਮੈਂ ਇਹਨੂੰ ਬੜਾ ਸਮਝਾਇਆ ਵੀ ਇਹ ਧਰਮਸ਼ਾਲ ਨਹੀਂ, ਇਹ ਰਾਜੇ ਦਾ ਮਹਿਲ ਹੈ, ਇੱਥੇ ਤੂੰ ਰਾਤ ਨਹੀਂ ਰੁਕ ਸਕਦਾ। ਜੇ ਰਾਤ ਰੁਕਣਾ ਹੈ ਤੇ ਤੇਰੇ ਲਈ ਧਰਮਸ਼ਾਲ ਹੈ, ਰਾਜੇ ਵੱਲੋਂ ਧਰਮਸ਼ਾਲ ਬੜੀ ਸੋਹਣੀ ਬਣਾਈ, ਤੂੰ ਉੱਥੇ ਚਲਾ ਜਾ। ਇਹ ਮੰਨਦਾ ਨਹੀਂ, ਇਹ ਕਹਿੰਦਾ ਮੈਂ ਇਸੇ ਧਰਮਸ਼ਾਲ ਵਿੱਚ ਰੁਕਣਾ ਹੈ। ਮੈਨੂੰ ਬੜਾ ਸਮਝਾਇਆ ਹੈ, ਬੜਾ ਇਹਨੂੰ ਕਹਿਣ ਦਾ ਯਤਨ ਕੀਤਾ ਹੈ, ਬਹੁਤ ਸਮਝਾਉਣ ਦਾ ਯਤਨ ਕੀਤਾ, ਪਰ ਇਹ ਮੰਨਦਾ ਨਹੀਂ। ਜਦੋਂ ਨੇ ਬਹੁਤ ਸਮਝਾ ਲਿਆ, ਹੁਣ ਰਾਜੇ ਨੇ ਹੀ ਗੱਲ ਆਖੀ, ਕਹਿਣ ਲੱਗੇ, ਫਕੀਰ ਜੀ, ਇਹ ਮੇਰਾ ਮਹਿਲ ਹੈ, ਮੈਂ ਇਸ ਨਗਰ ਦਾ ਰਾਜਾ, ਇਸ ਮਹਿਲ ਦੇ ਅੰਦਰ ਮੈਂ ਆਪਣੇ ਨਗਰ ਦੇ ਅੰਦਰ, ਇਸ ਮਹਿਲ ਦੇ ਅੰਦਰ ਪਰਿਵਾਰ ਦੇ ਸਮੇਤ ਰਹਿਣਾ। ਜੇ ਤੁਸੀਂ ਰਾਤ ਰੁਕਣਾ ਹੈ, 2 ਰਾਤ ਰੁਕਣਾ ਹੈ, 3 ਰਾਤ ਰੁਕਣਾ ਹੈ, ਮੈਂ ਬੜੀ ਸੋਹਣੀ ਧਰਮਸ਼ਾਲ ਬਣਾਈ ਹੈ, ਜੇ ਤੁਸੀਂ ਉੱਥੇ ਨਹੀਂ ਜਾ ਸਕਦੇ ਤੇ ਮੈਂ ਨਾਲ ਤੁਹਾਡੇ ਅਹਿਲਕਾਰ ਭੇਜ ਦੇਣਾ, ਤੁਸੀਂ ਇਸ ਅਹਿਲਕਾਰ ਦੇ ਨਾਲ ਉਸ ਥਾਂ ਤੇ ਚਲੇ ਜਾਓ। ਉਹ ਫਕੀਰ ਕਹਿੰਦਾ ਨਹੀਂ, ਮੈਂ ਤੇ ਇਸੇ ਧਰਮਸ਼ਾਲ ਵਿੱਚ ਰੁਕਣਾ ਹੈ। ਰਾਜੇ ਨੂੰ ਵੀ ਕ੍ਰੋਧ ਆ ਗਿਆ, ਉਹਨੇ ਵੀ ਕ੍ਰੋਧ ਦੇ ਵਿੱਚ ਫਿਰ ਫਕੀਰ ਨੂੰ ਕਿਹਾ ਵੀ ਇਹ ਧਰਮਸ਼ਾਲ ਨਹੀਂ, ਇਹ ਮੇਰਾ ਮਹਿਲ ਹੈ। ਫਕੀਰ ਨੇ ਬੜੀ ਵਿਨਮਰਤਾ ਦੇ ਅੰਦਰ ਰਾਜੇ ਨੂੰ ਸਵਾਲ ਕੀਤਾ, ਕਹਿਣ ਲੱਗੇ, ਰਾਜਨ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਪਰ ਰਾਜੇ ਨੇ ਪੁੱਛਿਆ ਵੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਕਿਉਂ ਨਹੀਂ? ਉਹ ਕਹਿੰਦਾ, ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਂ ਇਸੇ ਨਗਰ ਦੇ ਅੰਦਰ ਆਇਆ, ਇਸੇ ਥਾਂ ਤੇ ਖੜਾ ਸੀ ਇੱਕ ਅਹਿਲਕਾਰ, ਉਹਨੇ ਮੈਨੂੰ ਰਾਜੇ ਨਾਲ ਮਿਲਾਇਆ, ਜਿੰਦੇ ਨਾਲ ਮੈਂ ਮੁਲਾਕਾਤ ਕੀਤੀ। ਉਹ ਰਾਜਾ ਤੇ ਅੱਜ ਤੁਹਾਨੂੰ ਵੇਖਿਆ, ਉਸ ਵੇਲੇ ਰਾਜਾ ਕੋਈ ਹੋਰ ਸੀ, ਅੱਜ ਤੁਸੀਂ ਕਹਿ ਰਹੇ ਹੋ ਮੈਂ ਰਾਜਾ। ਉਹ ਰਾਜਾ ਕਹਿੰਦਾ ਵੀ ਉਹ ਮੇਰਾ ਪਿਤਾ ਸੀ, ਉਹ ਕੁਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਉਹਦੀ ਥਾਂ ਤੇ ਹੁਣ ਇਸ ਤਖਤ ਦਾ ਮਾਲਕ ਮੈਂ ਹਾਂ, ਹੁਣ ਇਸ ਆਸਨ ਤੇ ਮੈਂ ਬੈਠਾ, ਮੇਰਾ ਰਾਜ ਪਾ ਗਿਆ। ਕਹਿੰਦਾ ਕੁਝ ਸਾਲ ਪਹਿਲਾਂ ਵੀ ਮੈਂ ਆਇਆ ਸਾਂ ਇੱਥੇ, ਉਦੋਂ ਕੋਈ ਹੋਰ ਸੀ ਰਾਜਾ। ਉਹ ਕਹਿੰਦਾ ਉਹ ਰਾਜਾ ਜਿਹੜਾ ਕੁਝ ਸਾਲ ਪਹਿਲਾਂ ਜਿੰਦਾ ਜ਼ਿਕਰ ਕਰ ਰਿਹਾ, ਉਹ ਮੇਰਾ ਦਾਦਾ ਸੀ। ਉਹ ਫਕੀਰ ਕਹਿੰਦਾ ਹੈਰਾਨ ਹੋ ਕੇ, ਕਹਿੰਦਾ ਰਾਜਨ,
मैं इस थां ते तीजी वार आया। अज पहली वार आया एहलकार भी कोई होर सी, राजा भी कोई होर सी। दूजी वार आया एहलकार कोई होर सी, राजा कोई होर सी। तीजी वार अज आया, अज भी एहलकार कोई होर है ते राजा कोई होर है। दसो जिथे 3 वार आया ते तिन्ने वार आया लोग बदल गए, वो धर्मशाल नहीं ते होर की है। सच विच साध संगत जी, ये संसार एक धर्मशाल है। बाबा फरीद साहब जी दे बचन चेते रखिए। बाबा फरीद साहब जी कहते ने, जिस आसन हम बैठे केते बैस गया। बाबा जी कहते ने जिस आसन ते आपा बैठे अज साध संगत, तुसी गुरु की संगत हजूरी विच बैठे हो। इस गुरु इस अस्थान ते तुसी आए, तुसी शीश झुकाया, सिर झुकाया, गुरुद्वारा साहब मत्था टेकिया। बाहर लंघदा शख्स भी भावें गड्डी विच लंघ रहा है, भावें पैदल लंघ रहा है, वह भी सिर झुका के जाता है, क्योंकि उन्होंने पता है इत्थे गुरुद्वारा है। पर ख्याल करियो, ये गुरुद्वारा किदों होंद विच आया, सानू वो डेट भी पता होएगी, तरीक भी पता है। उस तो पहला इस थां ते की सी साध संगत, कि उस तो पहला भी लोग इत्थे सिर झुकाते सन। असीं आखांगे नहीं, ये सिर उदों दा झुकन लगा जदों दा इत्थे गुरुद्वारा बने, इत्थे गुरु ग्रंथ साहिब जी का प्रकाश होया है। जिस आसन हम बैठे किते बैस गया। इस आसन ते साडे तो पहला इत्थे जिथे आपां बैठे पता नहीं किन्ने बह के गए ने। साध संगत दावा किसी चीज़ का नहीं। इसे करके बाबा जी ने बाणी विच भी आख्या, कबीर साहब कहंदे ने, कबीर दावै दाजन होत है, निर्दावै रहे निशंक, जो जन निर्दावै रहे, सो गणे इंद्र सो रंक। गुरु अर्जन साहब जी अज बख्शिश करते हैं। पातशाह कहते हैं, तेरे कोलों संसार दे राज भाग सुख सुविधावां तखत होवे, तखत ते बैठ के चोर चलन वाले नौकर चाकर होण, संसार दी मन पाउंदी माया पदार्थ होण, पर पातशाह जी कहते हैं जे तू इन्हां चीज़ां दे अंदर खुआर हो गए हैं, जे तेनू इन्हां चीज़ां तो बिना कुछ होर नज़र नहीं आ रहा, तो सतगुरु गुरु अर्जन साहब कहते हैं चेते रख, ये सब चीज़ां सुपने दे मनोरथ की तरह ने। जिवें सुपने दे अंदर प्राप्त किया होया मनोरथ सच नहीं हुंदा। सुपने दे अंदर एक भिखारी राजा बन जाए तो सुपने दे अंदर ही राजा बने। जो सुपना टुटेगा उदों राजा नहीं, उदों रांकी है, उदों वो भिखारी है। जिस तखत ते बैठा राजा सुपने दे अंदर भिखारी बन गया है, जिन्हों भगत रविदास कहते हैं, नरपत एक सिंघासन सोया, सुपने पया भिखारी, अछत राज बिछरत दुख पाया, सोगत पई हमारी। सच जानियो, जे ओ राजा सुपने विच भिखारी दे मनोरथ ते पहुंचे है, तो जदों अख खुली वो भिखारी नहीं, वो राजा ही है। क्योंकि सच उही है जो हकीकत विच है, जो अखां खुलण वेले उन्हें वेख्या है। सुपने विच प्राप्त किया होया मनोरथ कदी सिद्धि दा मनोरथ नहीं हुंदा। गुरु अर्जन साहब इसे करके कह रहे ने, सुपने हब रंग माणिया। सुपने दे अंदर बंदा सारे रंग तमाशे मान ले, मिठा लगड़ा मोह। ते सुपने दे अंदर जेड़े तमाशे माने, वो जिहड़ी खिच सुपने दे अंदर बनी, वो बड़ी मिठी लगदी है। क्यों? क्योंकि हुण सुपने दे अंदर बड़ा आनंद आ रहा है। सुपने दे अंदर सब चीज़ां मिल गईयां जो हकीकत विच नहीं सी। हुण सुपने दे अंदर मूँह बड़ा मिठा लगा। गुरु साहब जी कहंदे ने, नानक नाम विहूणियां। हे नानक जी, ਜਿਹੜੇ ਬੰਦੇ नाम तो भी होने ने, परमात्मा के गुणों तो भी होने ने, सच तो भी होने ने। पातशाह जी कहते हैं, सुंदर माया ਧਰੋ। उन्हां दे लई सुंदर दिसन वाली माया भी ਧਰੋ। ਧਰੋ ਦਾ अर्थ है साध संगत जी, उन्हां दे लई ये संसार की जिहड़ी माया है, ये संसार की पदार्थ जिहड़े ने, ये भी एक धोखा बन जाता है, छल बन जाता है। जिवें बंदा किसी रुख की छां थले बैठ जाए, वो छां सदैवी नहीं है। साध संगत, सूरज जिवें जिवें धरती सूरज की परिक्रमा करती है, ये सूरज अगे जाता है, ध्यान देना, उवें उवें छां बदलती है। आसमान के अंदर बदल वेखने, बदल की छां सदा रहने वाली नहीं है, वो पल छिन दी है। इस तरह सतगुरु जी कह रहे ने, नानक नाम भी होनियां। हे नानक जी, जेड़े सच तो भी होने ने, जिन्होंने सच समझ नहीं आई, क्योंकि साध संगत बंदे का सुभाव है, ये जो कुछ वेख रहा उन्होंने सच मन के बैठता है, ये इसे भरम विच जी रहा है। इनू पता नहीं भी ये जो वेख रहा मैं। गुरु तेग बहादुर साहब जी का बचन पातशाह कहते हैं, एक गल चेते रख,
ਆ ਜਿਹੜਾ ਸਰੀਰ ਤੂੰ ਆਪਣੇ ਨਾਲ ਧਰਤੀ ਤੇ ਲੈ ਕੇ ਆਇਆ ਸੀ ਨਾ ਮਾਂ ਦੇ ਉਦਰ ਵਿੱਚੋਂ, ਇਹ ਸਰੀਰ ਜਿੱਦਣ ਤੂੰ ਮਰਿਆ ਉਹਦਨ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਇਹ ਵੀ ਸੱਚ ਨਹੀਂ ਹੈ? ਕਿੰਨੀ ਕਮਾਲ ਦੀ ਗੱਲ ਹੈ। ਪਾਤਸ਼ਾਹ ਕਹਿੰਦੇ ਨੇ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ। ਗੁਰੂ ਅਰਜਨ ਸਾਹਿਬ ਜੀ ਨੇ ਫਿਰ ਪੌੜੀ ਦੇ ਅੰਦਰ ਬਚਨ ਬਖਸ਼ੇ ਨੇ। ਪਾਤਸ਼ਾਹ ਕਹਿੰਦੇ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਇਸ ਮੂਰਖ ਬੰਦੇ ਨੇ ਸੁਪਨੇ ਦੇ ਨਾਲ ਆਪਣਾ ਚਿੱਤ ਲਾ ਲਿਆ ਹੈ, ਸੁਪਨੇ ਨਾਲ ਆਪਣਾ ਮਨ ਜੋੜ ਲਿਆ ਹੈ। ਇਹ ਸੰਸਾਰ ਸੁਪਨਾ ਹੈ ਸਾਧ ਸੰਗਤ। ਇਹਨੂੰ ਸੁਪਨਾ ਤਾਂ ਕਿਹਾ ਕਿਉਂਕਿ ਇਹ ਸਦਾ ਰਹਿਣ ਵਾਲਾ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਇਹਦੇ ਅੰਦਰ ਵਿਚਰ, ਪਰਿਵਾਰ ਅੰਦਰ, ਧੀਆਂ ਅੰਦਰ, ਪੁੱਤਰਾਂ ਦੇ ਨਾਲ, ਸੰਸਾਰ ਦੇ ਰਿਸ਼ਤਿਆਂ ਦੇ ਵਿੱਚ ਵਿਚਰ, ਪਰ ਇੱਕ ਗੱਲ ਚੇਤੇ ਰੱਖੇ, ਕੁਝ ਵੀ ਇਹਨਾਂ ਵਿੱਚੋਂ ਥਿਰ ਰਹਿਣ ਵਾਲਾ ਨਹੀਂ ਹੈ। ਸਤਿਗੁਰ ਕਹਿੰਦੇ ਨੇ ਸਭ ਚੀਜ਼ਾਂ ਜਿਹੜੀਆਂ ਨੇ ਇਹ ਥਿਰ ਰਹਿਣ ਵਾਲੀਆਂ ਨਹੀਂ, ਇਹ ਬਿਨਸਨਹਾਰ ਨੇ, ਇਹ ਮੁੱਕ ਜਾਣ ਵਾਲੀਆਂ ਨੇ। ਜੋ ਜੋ ਦਿਸੈ ਬੜਾ ਵਡੇਰਾ ਸੋ ਸੋ ਖਾਕੂ ਰਲਸੀ। ਪਾਤਸ਼ਾਹ ਕਹਿੰਦੇ ਨੇ ਜੋ ਜੋ ਨਜ਼ਰ ਆ ਰਿਹਾ ਹੈ, ਜੋ ਵੀ ਸੰਸਾਰ ਵਿੱਚ ਦਿਸ ਰਿਹਾ ਹੈ, ਉਹ ਸਭ ਖਾਕ ਹੋਣ ਵਾਲਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੋ। ਤੇਰੇ ਨਾਲੋਂ ਤੇਰੇ ਹੱਥੋਂ ਗਏ ਨੇ ਉਹ, ਤੈਨੂੰ ਅਜੇ ਸਮਝ ਨਹੀਂ ਆਈ। ਇਹ ਮੇਰੇ ਸਤਿਗੁਰ ਕਹਿੰਦੇ ਨੇ ਤੂੰ ਸੁਪਨੇ ਨਾਲ ਚਿੱਤ ਲਾਇਆ। ਮੂਰਖ ਬੰਦੇ ਦੀ ਇਹ ਐਗਜ਼ਾਮਪਲ ਸਤਿਗੁਰ ਦੇ ਰਹੇ ਨੇ। ਸਾਹਿਬ ਕਹਿੰਦੇ ਨੇ ਮੂਰਖ ਬੰਦਾ ਸੁਪਨੇ ਦੇ ਨਾਲ ਚਿੱਤ ਲਾ ਲੈਂਦਾ ਹੈ, ਸੁਪਨੇ ਨੂੰ ਸੱਚ ਸਮਝ ਬੈਠਦਾ ਹੈ। ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਦੇ ਰਾਜ ਰਸ ਜਿਨ੍ਹਾਂ ਭੋਗਾਂ ਦੇ ਵਿੱਚ ਇਹ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ਬਿਸਰੇ ਪ੍ਰਮਾਤਮਾ ਰੱਬ ਵਿਸਰ ਗਿਆ। ਰਾਜ ਰਸ ਭੋਗ ਇਹ ਸੰਸਾਰ ਦੇ ਪਦਾਰਥਾਂ ਦੇ ਭੋਗ ਦੇ ਵਿੱਚ ਜਦੋਂ ਬੰਦਾ ਇਹਨਾਂ ਚੀਜ਼ਾਂ 'ਚ ਖੁਆਰ ਹੁੰਦਾ ਹੈ। ਸਾਧ ਸੰਗਤ ਵੇਖੋ, ਜਦੋਂ ਬੰਦੇ ਕੋਲ ਥੋੜਾ ਹੁੰਦਾ ਹੈ ਨਾ, ਉਦੋਂ ਇਸ਼ਟ ਨੂੰ ਯਾਦ ਕਰਦਾ ਹੈ, ਰੱਬ ਨੂੰ ਚੇਤੇ ਕਰਦਾ ਹੈ। ਜਿਵੇਂ ਜਿਵੇਂ ਚੀਜ਼ਾਂ ਵੱਧਦੀਆਂ ਨੇ, ਗੱਲ ਚੇਤੇ ਰੱਖਿਓ, ਬੰਦਾ ਫਿਰ ਕਹਿਣਾ ਸ਼ੁਰੂ ਕਰ ਦਿੰਦਾ ਜੀ ਮੇਰੇ ਕੋਲੋਂ ਸਮਾਂ ਨਹੀਂ, ਮੇਰੇ ਕੋਲੋਂ ਸਮਾਂ ਨਹੀਂ ਹੈ, ਮੈਂ ਚੇਤੇ ਕਰਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਵਿਸਰ ਗਿਆ। ਕਿਉਂ ਵਿਸਰਿਆ? ਰਾਜ ਰਸ ਭੋਗ, ਕਿਉਂਕਿ ਤੂੰ ਸੰਸਾਰ ਦੇ ਰਾਜ ਰਸ ਪਦਾਰਥਾਂ ਨੂੰ ਭੋਗ ਰਿਹਾ। ਜਾਗਤ ਪਖਲਾਇਆ। ਸਾਹਿਬ ਕਹਿੰਦੇ ਨੇ ਤੂੰ ਜਾਗਦਿਆ ਹੋਇਆ ਹੀ, ਪਖਲਾਇਆ ਦਾ ਭਾਵ ਹੈ ਸਤਿਗੁਰ ਕਹਿੰਦੇ ਨੇ ਤੂੰ ਬਰੜਾ ਰਿਹਾ ਹੈ, ਤੂੰ ਜਾਗ ਰਿਹਾ ਹੈ। ਪਰ ਜਾਗਦੇ ਬੰਦੇ ਸੁੱਤੇ ਹੋਏ ਬਰੜਾਉਂਦੇ ਨੇ ਨੀਂਦ ਵਿੱਚ, ਜੋ ਕੁਝ ਸਾਰਾ ਦਿਨ ਉਹ ਕਰਦੇ ਨੇ ਸੁਪਨੇ ਵਿੱਚ ਫਿਰ ਉਹਨੂੰ ਵੇਖ ਕੇ ਬਰੜਾਉਂਦੇ ਨੇ, ਬੋਲਦੇ ਨੇ। ਸਤਿਗੁਰ ਕਹਿੰਦੇ ਨੇ ਇਸ ਬੰਦੇ ਦੀ ਫਿਤਰਤ ਤੇ ਸੁਭਾਅ ਬਣ ਗਿਆ ਹੈ, ਇਸਨੇ ਸੁਪਨੇ ਨਾਲ ਚਿੱਤ ਲਾ ਲਿਆ, ਇਸ ਕਰਕੇ ਰੱਬ ਤੋਂ ਵਿਸਰਿਆ, ਜਾਗਦੇ ਹੀ ਬਰੜਾਈ ਜਾ ਰਿਹਾ ਹੈ, ਆ ਮੇਰਾ ਹੈ, ਉਹ ਮੇਰਾ ਹੈ, ਇੰਜ ਮੇਰਾ ਹੈ। ਪਰ ਸਤਿਗੁਰ ਕਹਿੰਦੇ ਨੇ ਜਦੋਂ ਇਹਦੇ ਕੋਲੋਂ ਇਹ ਚੀਜ਼ਾਂ ਹੱਥੋਂ ਨਿਕਲਦੀਆਂ ਨੇ, ਫਿਰ ਪਾਤਸ਼ਾਹ ਜੀ ਦੇ ਬੜੇ ਪਿਆਰੇ ਬੋਲ ਬਾਬਾ ਰਵਿਦਾਸ ਜੀ ਕਹਿੰਦੇ ਨੇ ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਤਿਗੁਰ ਕਹਿੰਦੇ ਨੇ ਫਿਰ ਰੋਂਦਾ ਹੈ, ਫਿਰ ਹੱਥ ਵਿੱਚ ਛੋਟੀ ਜਿਹੀ ਚੀਜ਼ ਵੀ ਨਿਕਲ ਜਾਏ ਤਾਂ ਵੀ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ, ਫਿਰ ਵੀ ਕਹਿੰਦਾ ਨਹੀਂ ਮੇਰੀ ਚੀਜ਼ ਮੇਰੇ ਹੱਥੋਂ ਨਿਕਲ ਗਈ। ਸਤਿਗੁਰ ਕਹਿੰਦੇ ਨੇ ਤੇਰੀ ਤੇ ਹੈ ਹੀ ਨਹੀਂ, ਤੇਰਾ ਤੇ ਸਰੀਰ ਵੀ ਆਪਣਾ ਹੀ ਨਹੀਂ, ਤੂੰ ਚੀਜ਼ ਤੇ ਆਪਣਾ ਦਾਵਾ ਕਿਵੇਂ ਕਰ ਸਕਣਾ ਹੈ? ਅਸੀਂ ਬੜੇ ਦਾਅਵੇ ਕਰਨੇ ਆ ਸਾਧ ਸੰਗਤ, ਆਹ ਚੀਜ਼ ਮੇਰੀ ਆ, ਮੇਰੀ। ਖਿਆਲ ਕਰਿਓ ਇੱਕ ਸਮੇਂ ਤੋਂ ਬਾਅਦ ਕੁਝ ਵੀ ਆਪਣਾ ਨਹੀਂ ਰਹਿੰਦਾ। ਇੱਕ ਸਮੇਂ ਤੋਂ ਬਾਅਦ ਜਦੋਂ ਸਰੀਰ ਹੀ ਆਪਣਾ ਨਹੀਂ ਰਹਿਣਾ ਸਾਧ ਸੰਗਤ, ਚੀਜ਼ ਦਾ ਦਾਵਾ ਕਿਵੇਂ ਆਪਾਂ ਕਰ ਸਕਨੇ ਆ? ਇਹ ਤੇ ਸਾਡੇ ਅੰਦਰ ਦੀ ਮੂਰਖਤਾ ਹੈ ਜਿਹੜੀ ਸਾਨੂੰ ਇਸ ਥਾਂ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਵੀ ਅਸੀਂ ਕਹਿੰਦੇ ਆ ਨਹੀਂ ਇਹ ਸਭ ਕੁਝ ਮੇਰਾ ਹੈ। ਸਭ ਕਹਿੰਦੇ ਨੇ ਵੇਖੋ ਬੰਦੇ ਦੀ ਫਿਤਰਤ ਤੇ ਜਾਗਦੇ ਹੀ ਬਰੜਾ ਰਿਹਾ ਹੈ, ਇਹ ਜਾਗਦੇ ਹੀ ਬਰੜਾਈ ਜਾ ਰਿਹਾ ਹੈ, ਆ ਮੇਰਾ, ਆ ਮੇਰਾ। ਪਰ ਪਾਤਸ਼ਾਹ ਕਹਿੰਦੇ ਨੇ ਆਰਜਾ ਗਈ ਵਿਹਾਏ ਧੰਦੇ ਤਾਇਆ। ਇਸੇ ਤਰ੍ਹਾਂ ਸਾਰੇ ਸੰਸਾਰ ਦੇ ਧੰਦਿਆਂ ਦੇ ਵਿੱਚ, ਕਰਮਾਂ ਦੇ ਵਿੱਚ ਭਟਕਦੇ ਆ, ਇਹਦੀ ਉਮਰ ਲੰਘ ਜਾਂਦੀ ਹੈ, ਬਤੀਤ ਹੋ ਜਾਂਦੀ ਹੈ। ਪੂਰਨ ਭਏ ਨਾ ਕਾਮ ਮੋਹਿਆ ਮਾਇਆ। ਸਾਹਿਬ ਕਹਿੰਦੇ ਨੇ ਜਿਸ ਕੰਮ ਲਈ ਸੰਸਾਰ ਵਿੱਚ ਆਇਆ ਸੀ, ਜਿਸ ਕਾਰਜ ਲਈ ਆਇਆ ਸੀ, ਕਿਸ ਕੰਮ ਲਈ ਆਇਆ ਸੀ? ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ। ਇਹਦੇ ਜੀਵਨ ਦਾ ਇੱਕ ਮਨੋਰਥ ਸੀ। ਬਿਨ ਹਰ ਕਾਮ ਨਾ ਆਵਤ ਹੈ, ਜਾਂ ਸਿਉ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੋਹਾਵਤ ਹੈ। ਪਾਤਸ਼ਾਹ ਕਹਿੰਦੇ ਨੇ ਜਿੰਦੇ ਨਾਲ ਤੂੰ ਰਚਿਆ ਮਚਿਆ ਪਿਆ, ਜਿੰਦੇ ਵਿੱਚ ਖੁਆਰ ਹੋ ਗਿਆ, ਤੈਨੂੰ ਠੱਗਣ ਵਾਲੇ ਨੇ ਚੀਜ਼ਾਂ। ਇਹਨਾਂ ਦੀ ਹਕੀਕਤ ਨੂੰ ਸਮਝ, ਬੰਦਾ ਹਕੀਕਤ ਨਹੀਂ ਸਮਝਦਾ ਸਾਧ ਸੰਗਤ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਪੂਰਨ ਭਏ ਨਾ ਕਾਮ, ਜਿਸ ਕੰਮ ਲਈ ਆਇਆ ਸੀ ਪੂਰਨ ਹੋਇਆ ਹੀ ਨਹੀਂ।
ਹੋਰ ਦੁਨੀਆ ਦੇ ਕੰਮ ਬੜੇ ਨੇ ਪੂਰੇ ਕੀਤੇ, ਪਰ ਉਹ ਕੰਮ ਪੂਰੇ ਕੀਤੇ ਕਿਸੇ ਅਰਥਯੋਗ ਨਹੀਂ ਰਹੇ। ਜਿੱਦਣ ਸਮਾਂ ਆਇਆ ਉਹਨਾਂ ਕੰਮਾਂ ਵਿੱਚੋਂ ਕਿਸੇ ਨੇ ਦਾ ਕੁਝ ਵੀ ਨਹੀਂ ਸਵਾਰਿਆ। ਪਰ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਸਵਾਰਨਾ ਸੀ ਉਹ ਕੰਮ ਇਹਦਾ ਪੂਰਾ ਹੀ ਨਹੀਂ ਹੋਇਆ, ਅਧੂਰਾ ਹੀ ਸੰਸਾਰ ਤੋਂ ਚਲਾ ਗਿਆ। ਪਰ ਜਿੱਦਣ ਮਰਿਆ ਉਹ ਦਿਨ ਪਰਿਵਾਰ ਨੇ ਵੀ ਆਖਿਆ, ਲੋਕਾਂ ਨੇ ਵੀ ਆਖਿਆ ਫਲਾਣਾ ਪੂਰਾ ਹੋ ਗਿਆ। ਸਤਿਗੁਰ ਕਹਿੰਦੇ ਨੇ ਪੂਰਾ ਨਹੀਂ ਹੋਇਆ, ਇਹ ਅਧੂਰਾ ਹੀ ਗਿਆ ਹੈ। ਇਹ ਅਧੂਰਾ ਜੰਮਿਆ ਸੀ, ਅਧੂਰਾ ਹੀ ਗਿਆ ਹੈ। ਇਹਨੇ ਪੂਰਾ ਉਦੋਂ ਹੋਣਾ ਸੀ ਜਿੱਦਣ ਪੂਰੇ ਨਾਲ ਮਿਲਦਾ। ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ, ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਹੁਣ ਤੇ ਸਤਿਗੁਰ ਬੜੇ ਤਰਸ ਵਿੱਚ ਬਚਨ ਕਰਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਬੰਦਾ ਵਿਚਾਰਾ ਕੀ ਕਰੇ, ਪਰਮਾਤਮਾ ਨੇ ਆਪ ਇਹਨੂੰ ਭੁਲਾਇਆ ਹੋਇਆ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਇਹਨੂੰ ਭੁਲੇਖੇ ਵਿੱਚ ਪਾਇਆ ਹੋਇਆ ਹੈ। ਸਾਧ ਸੰਗਤ, ਅਸਲ ਵਿੱਚ ਇਹ ਸਭ ਕ੍ਰੀਏਟਰ, ਸਭ ਚੀਜ਼ਾਂ ਦਾ ਕਰਤਾ ਪਰਮਾਤਮਾ ਹੈ। ਉਹਨੇ ਇਹ ਰਾਜ ਰਸ ਭੋਗ ਪੈਦਾ ਕੀਤੇ ਸੀ ਬੰਦੇ ਦੀ ਸਹੂਲਤ ਲਈ। ਧਿਆਨ ਦੇਣਾ, ਜਿਵੇਂ ਬਾਣੀ ਦੀ ਇੱਕ ਬੜੀ ਪਿਆਰੀ ਐਗਜ਼ਾਮਪਲ ਹੈ। ਬਾਬਾ ਜੀ ਕਹਿੰਦੇ ਨੇ ਕੁਮਹਾਰ ਨੇ ਇੱਕ ਥਾਂ ਤੋਂ ਮਿੱਟੀ ਲਿਆ ਕੇ ਉਸ ਮਿੱਟੀ ਨੂੰ ਗੁੰਦਿਆ, ਉਸ ਮਿੱਟੀ ਦੇ ਘੜੇ ਬਣਾਏ, ਉਸ ਮਿੱਟੀ ਦੀ ਸੁਰਾਹੀਆਂ ਬਣਾਈਆਂ, ਬਾਜ਼ਾਰ ਵਿੱਚ ਇੱਕ ਥਾਂ ਤੇ ਰੱਖ ਕੇ ਵੇਚੀਆਂ। ਖਰੀਦਣ ਵਾਲੇ ਖਰੀਦ ਕੇ ਲੈ ਗਏ। ਇੱਕੋ ਘਰ ਦਾ ਮਹਿਮਾਨ ਬੰਦਾ ਆਇਆ, ਉਹ ਇੱਕੋ ਉਸ ਦੁਕਾਨ ਤੋਂ ਘੜਿਆਂ ਦੀ ਤੋਂ 2 ਮਟਕੇ ਖਰੀਦ ਕੇ ਲੈ ਗਿਆ, 2 ਬੜੀਆਂ ਸੋਹਣੀਆਂ ਸੁਰਾਹੀਆਂ ਖਰੀਦ ਕੇ ਲੈ ਗਿਆ। ਉਹਨੇ ਘਰ ਲਿਜਾਂਦਿਆਂ ਇੱਕ ਵਿੱਚ ਪਾਣੀ ਪਾ ਦਿੱਤਾ, ਇੱਕ ਵਿੱਚ ਸ਼ਰਾਬ ਪਾ ਦਿੱਤੀ। ਸਤਿਗੁਰ ਕਹਿੰਦੇ ਨੇ ਵੇਖੋ ਇੱਕੋ ਮਿੱਟੀ ਦੇ ਬਣੀਆਂ ਸਨ, ਇਹ ਹੁਣ ਬੰਦੇ ਤੇ ਡਿਪੈਂਡ ਹੈ ਉਹਨੇ ਇਹਦੇ ਵਿੱਚ ਪਾਣਾ ਕੀ ਹੈ। ਕੁਮਾਰ ਹੈ ਏਕ ਜੋ ਮਾਟੀ ਗੂੰਦੀ, ਬਹੁ ਬਿਦ ਬਾਣੀ ਲਾਈ, ਕਾਹੂ ਮੈਂ ਮੋਤੀ ਮੁਕਤਾ ਹਲ ਕਾਹੂ ਬਿਆਦ ਲਗਾਈ। ਸਤਿਗੁਰ ਕਹਿੰਦੇ ਨੇ ਕਿਸੇ 'ਚ ਮੋਤੀ ਪੈ ਗਏ, ਕਿਸੇ 'ਚ ਨਸ਼ੇ ਪੈ ਗਏ, ਸ਼ਰਾਬ ਪੈ ਗਈ। ਇੱਕ ਚੀਜ਼ਾਂ ਉਹ ਪੈ ਗਈਆਂ ਜਿਨ੍ਹਾਂ ਜੀਵਨ ਸਵਾਰ ਦਿੱਤਾ, ਇੱਕ 'ਚ ਚੀਜ਼ਾਂ ਉਹ ਪੈ ਗਈਆਂ ਜਿਨ੍ਹਾਂ ਜੀਵਨ ਨਰਕ ਬਣਾ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਸਾਰਾ ਕ੍ਰੀਏਸ਼ਨ ਪ੍ਰਮਾਤਮਾ ਦੀ ਹੈ। ਹੁਣ ਇਹ ਮਨੁੱਖ ਭੁੱਲਿਆ ਇਸ ਕਰਕੇ ਹੈ ਕਿਉਂਕਿ ਇਹਨੂੰ ਇਹਦੇ ਵਿੱਚ ਪਾਣ ਦਾ ਸਬਬ ਸਮਝ ਨਹੀਂ ਆਇਆ ਵੀ ਮੈਂ ਇਹਦੇ ਵਿੱਚ ਪਾਣਾ ਕੀ ਹੈ। ਇਹਨੂੰ ਇਹ ਤਾਂ ਸਮਝ ਆਣੀ ਸੀ ਜੇ ਸੁਪਨੇ ਤੋਂ ਬਾਹਰ ਨਿਕਲ ਕੇ ਹਕੀਕਤ ਨਾਲ, ਸੱਚ ਨਾਲ ਜੁੜ ਜਾਂਦਾ। ਸੱਚ ਕੀ ਹੈ? ਉਹ ਹੈ ਪਰਮਾਤਮਾ। ਪਰਮਾਤਮਾ ਕੀ ਹੈ? ਉਹ ਹੈ ਅਗੰਮੀ ਗਿਆਨ। ਜੇ ਪਰਮਾਤਮਾ ਰੱਬ ਜੀ ਦੇ ਦਿੱਤੇ ਗੁਰੂ ਦੇ ਬਖਸ਼ੇ ਇਸ ਗਿਆਨ ਨਾਲ ਜੁੜ ਜਾਂਦਾ, ਇਹਨੂੰ ਸਮਝ ਆ ਜਾਣੀ ਸੀ, ਪਤਾ ਲੱਗ ਜਾਣਾ ਸੀ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰ ਕਿਰਪਾ ਕਰਨ, ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,